ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਸਾਹਮਣੇ ਸਤਸੰਗ ਦੇ ਉੱਤੇ ਕੁਝ ਵਿਚਾਰ ਰੱਖਣ ਦਾ ਪ੍ਰੋਗਰਾਮ ਬਣ ਰਿਹਾ। ਉਮੀਦ ਹੈ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਪ੍ਰੈਕਟੀਕਲ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਦੇ ਕਾਮਯਾਬ ਹੋ ਜਾਓਗੇ। ਆਮ ਤੌਰ 'ਤੇ ਸਤਸੰਗ ਉਹਨੂੰ ਮੰਨਿਆ ਗਿਆ ਕਿ ਜਿੱਥੇ ਸਤ ਦਾ ਸੰਗ ਹੋ ਰਿਹਾ ਹੋਵੇ, ਜਿੱਥੇ ਸੰਗਤ ਬੈਠੀ ਹੋਵੇ, ਨਾਲ ਕੋਈ ਮਹਾਂਪੁਰਖ ਬੈਠਾ ਹੋਵੇ, ਉਸ ਅਵਸਥਾ 'ਤੇ ਜਾ ਕੇ ਜੋ ਵੀ ਮਹਾਂਪੁਰਖ ਉਹ ਨਾਮ ਦਾ ਸਿਮਰਨ ਕਰਵਾ ਰਿਹਾ ਜਾਂ ਜਾਪ ਕਰਵਾ ਰਿਹਾ, ਉਸ ਨੂੰ ਕਰਦੇ ਜਾਈਏ। ਸੰਗਤ ਵਿੱਚ ਬੈਠ ਕੇ ਸਾਡੀ ਜਿਹੜੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ, ਇਹ ਬਹੁਤ ਅੱਛੀ ਗੱਲ ਹੈ। ਇਸ ਨੂੰ ਕਰਨ ਵਿੱਚ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਇੱਥੋਂ ਤੱਕ ਅਸੀਂ ਖੜੇ ਰਹਿਣਾ ਜਾਂ ਜਾਪ ਕਰਦੇ ਰਹਿਣਾ ਜਾਂ ਉਹਦੀ ਕਥਾ ਸੁਣ ਲੈਣੀ ਦੇ ਨਾਲ ਗੱਲ ਨਹੀਂ ਬਣਦੀ, ਕਿਉਂਕਿ ਉਹ ਸਤਸੰਗ ਤਾਂ ਹੀ ਹੋਵੇਗਾ ਜਿਸ ਟਾਈਮ ਉਸ ਮਹਾਂਪੁਰਖ ਦੇ ਵਿੱਚ ਵਾਹਿਗੁਰੂ ਆਪ ਬੈਠ ਕੇ ਸਾਨੂੰ ਆਸ਼ੀਰਵਾਦ ਦੇਗਾ, ਸਾਡਾ ਕਲਿਆਣ ਕਰੇਗਾ, ਸਾਡੇ ਨਾਲ ਗੱਲਬਾਤ ਕਰੇਗਾ, ਸਾਨੂੰ ਉਸ ਤਰ੍ਹਾਂ ਦਾ ਸੁਝਾਅ ਦੇਗਾ, ਸਾਡੇ ਅੰਦਰ ਉਸ ਤਰ੍ਹਾਂ ਦੀ ਪ੍ਰੇਰਨਾ ਉੱਠੇਗੀ। ਉਸ ਅਵਸਥਾ ਦੇ ਵਿੱਚ ਜਾ ਕੇ ਅਸੀਂ ਬਹੁਤ ਗਹਿਰੇ ਜਾਣ ਵਿੱਚ ਸਮਰਥ ਹੋ ਜਾਵਾਂਗੇ। ਜੇ ਸਾਨੂੰ ਸਿਰਫ ਆਕਾਰਾਂ ਤੱਕ ਹੀ ਖੜਾ ਕੀਤਾ ਜਾ ਰਿਹਾ ਹੈ, ਆਕਾਰਾਂ ਨੂੰ ਹੀ ਅਸੀਂ ਸਤਸੰਗ ਮੰਨ ਕੇ ਬੈਠ ਗਏ ਹਾਂ, ਤਾਂ ਫਿਰ ਸਾਡਾ ਸਤਸੰਗ ਅਧੂਰਾ ਹੀ ਰਹੇਗਾ। ਅਸੀਂ ਪੂਰੀ ਤਰ੍ਹਾਂ ਨਹੀਂ ਜਾਣ ਪਾਵਾਂਗੇ ਸੱਚ ਨੂੰ, ਕਿਉਂਕਿ ਸੱਚ ਉਹ ਚੀਜ਼ ਹੈਗੀ ਹੈ ਜਿਹੜੀ ਸਦਾ ਰਹਿਣ ਵਾਲੀ ਹੈ, ਜਿਹੜੀ ਦੁਨੀਆ ਬਣਨ ਤੋਂ ਪਹਿਲੋਂ ਵੀ ਸੀ, ਇਹਨਾਂ ਆਕਾਰਾਂ ਤੋਂ ਪਹਿਲੋਂ ਵੀ ਸੀ, ਅੱਜ ਵੀ ਹੈ, ਅੱਗੇ ਵੀ ਰਹੇਗੀ। ਸੱਚ ਹੀ ਪਰਮਾਤਮਾ ਹੈ, ਪ੍ਰਭੂ ਹੈ, ਪਰਮੇਸ਼ਵਰ ਹੈ। ਸੱਚ ਹੀ ਸਾਡੇ ਅੰਦਰ ਸਤ ਦੇ ਰੂਪ ਵਿੱਚ, ਸਤਨਾਮ ਦੇ ਰੂਪ ਵਿੱਚ ਸਾਡੇ ਅੰਦਰ ਆਤਮਾ ਦੇ ਅਵਸਥਾ ਵਿੱਚ ਵਿਰਾਜਮਾਨ ਹੈ, ਔਰ ਉਸ ਦੇ ਵਿਰਾਜਮਾਨ ਹੋਣ ਨਾਲ ਸਾਨੂੰ ਪ੍ਰਭੂ ਦਾ ਗਿਆਨ ਮਿਲਦਾ ਹੈ, ਪ੍ਰਭੂ ਦੀ ਸੋਝੀ ਪੈਂਦੀ ਹੈ, ਪ੍ਰਭੂ ਦੀ ਇੰਟਿਊਸ਼ਨ ਮਿਲਦੀ ਹੈ। ਜੇ ਇਸ ਤਰ੍ਹਾਂ ਦੀ ਸਤਸੰਗ ਕਰਦੇ ਹਾਂ ਜਿੱਥੇ ਸੱਚ ਹੀ ਬੋਲਿਆ ਜਾਂਦਾ ਹੈ, ਫਿਰ ਉਹ ਸਾਡੇ ਵਾਸਤੇ ਯੂਜ਼ਫੁਲ ਹੁੰਦਾ ਹੈ। ਪਰੰਤੂ ਇਹ ਪਹਿਲੀ ਕਿਸਮ ਦਾ, ਪਹਿਲੀ ਕਲਾਸ ਦਾ ਸਤਸੰਗ ਹੋ ਰਿਹਾ, ਇਹ ਫਾਈਨਲ ਨਹੀਂ ਹੈ। ਦੂਜੀ ਕਿਸਮ ਦਾ ਸਤਸੰਗ ਉਹ ਹੁੰਦਾ ਹੈ ਜਿਸ ਟਾਈਮ ਅਸੀਂ ਆਪਣੇ ਅੰਦਰ ਜਾ ਕੇ ਆਪਣੀ ਜਿਹੜੀ ਜੋਤ ਹੈ, ਆਪਣੀ ਜਿਹੜੀ ਆਤਮਾ ਹੈ, ਆਪਣੀ ਜਿਹੜੀ ਸੋਲ ਹੈ, ਉਸ ਦੇ ਦਰਸ਼ਨ ਕਰਦੇ ਹਾਂ, ਉਸ ਜੋਤ ਦੇ ਦਰਸ਼ਨ ਕਰਦੇ ਹਾਂ। ਜੋਤ ਦੇ ਬਾਰੇ ਸਾਨੂੰ ਅਵੇਅਰਨੈਸ ਆਉਂਦੀ ਹੈ, ਉਹਦੇ ਬਾਰੇ ਅਸੀਂ ਜਾਗਦੇ ਹਾਂ। ਉਹ ਜਿਹੜੀ ਜੋਤ ਹੈ ਅੰਦਰ ਜ਼ਿਆਦਾ ਪ੍ਰਕਾਸ਼ਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਟਾਈਮ ਐਂਡ ਸਪੇਸ ਵਿੱਚ ਜੋਤ ਨਹੀਂ ਹੁੰਦੀ, ਟਾਈਮ ਐਂਡ ਸਪੇਸ ਤੋਂ ਪਾਰ ਹੁੰਦੀ ਹੈ, ਔਰ ਉਹ ਜੋਤ ਸਾਰੇ ਸਰੀਰਾਂ ਵਿੱਚੋਂ ਵੀ ਨਿਕਲ ਜਾਂਦੀ ਹੈ। ਉਹ ਸਾਰੇ ਧਰਤੀ, ਆਕਾਸ਼, ਸੂਰਜ, ਚੰਦ, ਤਾਰੇ ਵਿੱਚੋਂ ਵੀ ਨਿਕਲ ਜਾਂਦੀ ਹੈ। ਉਸ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਉਹ ਜੋਤ ਅਗਿਆਨ ਦੀ ਨਹੀਂ ਹੁੰਦੀ, ਉਹ ਗਿਆਨ ਦੀ ਜੋਤ ਹੁੰਦੀ ਹੈ। ਉਸ ਜੋਤ ਦੇ ਵਿੱਚ ਅਸੀਂ ਬੈਠ ਕੇ ਅਵੇਅਰ ਹੋ ਜਾਂਦੇ ਹਾਂ, ਸਾਨੂੰ ਉਸ ਚੀਜ਼ ਦੀ ਸਮਝ ਆ ਜਾਂਦੀ ਹੈ, ਸਾਨੂੰ ਉਸ ਚੀਜ਼ ਦੀ ਅੰਡਰਸਟੈਂਡਿੰਗ ਆ ਜਾਂਦੀ ਹੈ। ਸਾਡੇ ਅੰਦਰ ਉਸ ਚੀਜ਼ ਦਾ ਬੋਧ ਹੋ ਜਾਂਦਾ, ਜਿਹਨੂੰ ਅਸੀਂ ਆਤਮ ਬੋਧ ਕਹਿੰਦੇ ਹਾਂ। ਉਹ ਜਿਹੜੀ ਅਵਸਥਾ ਹੈ, ਉਸ ਜੋਤ ਦੇ ਸਾਡੇ ਅੰਦਰ ਜਾਗਰਤ ਹੋਣ ਨਾਲ, ਉਸ ਚੀਜ਼ ਦੇ ਬਾਰੇ ਸਾਨੂੰ ਅਵੇਅਰਨੈਸ ਹੋਣ ਦੇ ਨਾਲ ਸਾਡਾ ਮਨ, ਬੁੱਧੀ, ਮਤ, ਸਾਡਾ ਹੰਕਾਰ ਅਤੇ ਇੱਥੋਂ ਤੱਕ ਵੀ ਜਿਹੜਾ ਕਾਲ ਹੈ ਸਾਡੇ ਅੰਦਰ ਬੈਠਾ ਹੈ, ਉਸ ਦਾ ਵੀ ਕਲਿਆਣ ਹੋ ਜਾਂਦਾ ਹੈ। ਇਹ ਸਾਰੇ ਜੋਤਮਈ ਹੋ ਜਾਂਦੇ ਨੇ। ਇਸ ਜੋਤਮਈ ਹੋਣ ਨਾਲ ਸਾਨੂੰ ਫਿਰ ਸਾਡੇ ਸਰੀਰ ਦੇ ਵਿੱਚ ਉਹ ਜੋਤ ਪ੍ਰਗਟ ਹੋ ਕੇ ਸਾਡੇ ਸਰੀਰ ਵਿੱਚੋਂ ਉਹ ਰੇਡੀਐਂਟ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ। ਉਸ ਜੋਤ ਦਾ ਫੈਲਾਵ ਹੁੰਦਾ, ਸਾਡੇ ਸਰੀਰ ਤੋਂ ਬਾਹਰ ਆ ਜਾਂਦੀ ਹੈ। ਉਹ ਸਾਡੇ ਸਾਰੇ ਸਰੀਰ ਦੇ ਵਿੱਚੋਂ, ਰੋਮ ਰੋਮ ਵਿੱਚੋਂ ਉਹ ਜੋਤ ਨਿਕਲਦੀ ਹੈ। ਫਿਰ ਉਹ ਜੋਤ ਸਾਡੇ ਸਰੀਰ ਦੇ ਚਾਰੋਂ ਤਰਫ ਪ੍ਰਗਟ ਹੋ ਜਾਂਦੀ ਹੈ। ਉਸ ਜੋਤ ਦਾ ਅਹਿਸਾਸ ਹੋਣ ਨਾਲ ਸਾਨੂੰ ਸਾਡੇ ਸਰੀਰ ਦਾ ਅਹਿਸਾਸ ਵੀ ਨਹੀਂ ਹੁੰਦਾ, ਸਾਡੇ ਅੰਦਰ ਸਾਹ ਆ ਰਹੇ ਨੇ ਕਿ ਨਹੀਂ ਆ ਰਹੇ ਇਸ ਦਾ ਵੀ ਅਹਿਸਾਸ ਨਹੀਂ ਹੁੰਦਾ। ਅਸੀਂ ਬਹੁਤ ਗਹਿਰੇ ਚਲੇ ਜਾਂਦੇ ਹਾਂ। ਇਹ ਦੂਜੇ ਕਿਸਮ ਦੀ, ਦੂਜੇ ਸਟੈਪ ਦੀ, ਦੂਜੇ ਸਟੇਜ ਦੀ ਸਤਸੰਗ ਹੈ। ਇਸ ਸਤਸੰਗ ਜੁੜਿਆਂ ਫਿਰ ਸਾਨੂੰ ਹੋਰ ਸਮਝ ਆਉਂਦੀ ਹੈ ਕਿ ਫਿਰ ਅਸੀਂ ਚੱਲਦੇ ਫਿਰਦੇ, ਉੱਠਦੇ ਬੈਠਦੇ, ਕੰਮ ਕਰਦੇ ਕਰਦੇ, ਆਪਣੀ ਦਿਨਚਰਿਆ ਦੀ, ਆਪਣੀ ਜੀਵਿਕਾ ਕਮਾਉਂਦੇ ਕਮਾਉਂਦੇ, ਐਕਸਰਸਾਈਜ਼ ਕਰਦੇ, ਜਾਂ ਡਾਕਟਰੀ ਕੋਈ ਆਪਰੇਸ਼ਨ ਕਰ ਰਿਹਾ, ਜਾਂ ਕੋਈ ਲੀਡਰ ਹੈ ਸਪੀਚ ਦੇ ਰਿਹਾ, ਜਾਂ ਕੋਈ ਪ੍ਰੀਚਰ ਹੈ ਆਪਣੇ ਧਾਰਮਿਕ ਜਗ੍ਹਾ 'ਤੇ ਖੜੇ ਹੋ ਕੇ ਲੋਕਾਂ ਨੂੰ ਸਿੱਖਿਆ ਦੇ ਰਿਹਾ, ਲੋਕਾਂ ਨੂੰ ਗਿਆਨ ਦੇ ਰਿਹਾ। ਇਹ ਉਹ ਗਿਆਨ ਹੈ ਜਿਸ ਗਿਆਨ ਦੇ ਵਿੱਚ ਅਗਿਆਨਤਾ ਦਾ ਜਿਹੜਾ ਵੀ ਗਿਆਨ ਹੈ ਉਹ ਖਤਮ ਹੋ ਜਾਂਦਾ ਹੈ, ਮੈਂ ਮੇਰੀ ਖਤਮ ਹੋ ਜਾਂਦੀ ਹੈ, ਹਉਮੈ ਰਹਿੰਦੀ ਹੀ ਨਹੀਂ, ਦੂਜਾ ਭਾਵ ਰਹਿੰਦਾ ਹੀ ਨਹੀਂ, ਔਰ ਮਾਇਆ ਦਾ ਜਿਹੜਾ ਇਫੈਕਟ ਹੈ ਉਹ ਵੀ ਖਤਮ ਹੋ ਜਾਂਦਾ ਹੈ। ਅਤੇ ਇਸ ਤਰ੍ਹਾਂ ਕਰਦੇ ਕਰਦੇ ਸਾਡੇ ਅੰਦਰ ਜਿਸ ਟਾਈਮ ਚਾਰੋਂ ਤਰਫ ਪ੍ਰਭੂ ਰੂਪੀ ਜੋਤ ਪ੍ਰਗਟ ਹੋ ਜਾਂਦੀ ਹੈ, ਇਹ ਜੋਤ ਫਿਰ ਹੋਰ ਵੱਧਦੀ ਜਾਂਦੀ ਹੈ, ਔਰ ਇਹ ਜੋਤ ਵੱਧਦੀ ਚਾਰੋਂ ਤਰਫ ਸਾਡੇ ਜਿਹੜੇ ਪੰਜ ਤੱਤਵ ਨੇ, ਆਕਾਸ਼ ਹੈ, ਵਾਯੂ ਹੈ, ਧਰਤੀ ਹੈ, ਅਗਨੀ ਹੈ,
ਅਗਨੀ ਦਾ ਭਾਵ ਹੈ ਜਿਹੜੀ ਗਰਮੀ ਹੈ। ਔਰ ਇਸੇ ਤਰ੍ਹਾਂ ਹੀ ਜਿਹੜੀ ਪਾਣੀ ਦਾ ਸਿਸਟਮ ਚੱਲਦਾ ਸਾਡੇ ਚਾਰੋਂ ਤਰਫ, ਚਾਹੇ ਬਰਸਾਤ ਹੋ ਰਹੀ ਹੈ, ਚਾਹੇ ਕੋਈ ਨਹਿਰ, ਨਦੀ, ਨਾਲਾ ਸਾਡੇ ਨਾਲ ਚੱਲਦਾ, ਸਮੁੰਦਰ ਦਾ ਕਿਨਾਰਾ, ਉਸ ਦੇ ਵਿੱਚੋਂ ਵੀ ਇਹ ਜੋਤ ਜਿਹੜੀ ਹੈ ਉਸ ਜੋਤ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ, ਉਹ ਜੋਤ ਦੇ ਵਿੱਚ ਮਿਲ ਜਾਂਦੀ ਹੈ। ਇਸੇ ਤਰ੍ਹਾਂ ਸਾਰੇ ਬ੍ਰਹਮੰਡ ਦੀ ਜਿਹੜੀ ਜੋਤ ਹੈ ਉਸ ਦੇ ਨਾਲ ਵੀ ਮਿਲ ਕੇ ਫਿਰ ਸਾਡੀ ਉਹ ਅਵਸਥਾ ਹੋ ਜਾਂਦੀ ਜਿਹਨੂੰ ਕਹਿੰਦੇ ਹਾਂ ਕਿ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਇਸ ਅਵਸਥਾ 'ਤੇ ਆ ਕੇ ਅਸੀਂ ਅਕਾਲ ਤਖਤ ਦੇ ਉੱਪਰੋਂ ਉੱਠ ਕੇ ਜਿਹੜਾ ਸਾਡੇ ਅੰਦਰ ਸੱਚਖੰਡ ਤਖਤ ਹੈ ਉਸ ਦੇ ਉੱਤੇ ਵਿਰਾਜਮਾਨ ਹੋਣ ਦੇ ਕਾਬਲ ਹੋ ਜਾਂਦੇ ਹਾਂ। ਅਸੀਂ ਆਪਣੇ ਨਿੱਜ ਘਰ ਦੇ ਵਿੱਚ ਬੈਠਣ ਦੇ ਵੀ ਸਮਰਥ ਹੋ ਜਾਂਦੇ ਹਾਂ। ਇਸ ਨਿੱਜ ਘਰ ਦੇ ਵਿੱਚ ਬੈਠ ਕੇ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਅਸੀਂ ਸਾਡੇ ਅੰਦਰ ਜਿਹੜਾ ਸੱਚਖੰਡ ਤਖਤ ਬੈਠਾ ਉਸ ਦੇ ਉੱਤੇ ਵੀ ਵਿਰਾਜਮਾਨ ਹੋਣ ਦੀ ਸਾਡੇ ਵਿੱਚ ਕਲਾ ਆ ਜਾਂਦੀ ਹੈ, ਸਾਡੇ ਸਮਰਥਤਾ ਆ ਜਾਂਦੀ, ਸਾਡੇ 'ਚ ਗਿਆਨ ਆ ਜਾਂਦਾ, ਸਾਨੂੰ ਬੋਧ ਹੋਣ ਲੱਗ ਜਾਂਦਾ ਅਤੇ ਸਰੀਰ ਦੇ ਬੋਧ ਤੋਂ ਅਸੀਂ ਉੱਠ ਜਾਂਦੇ ਹਾਂ। ਮੈਂ ਮੇਰੀ ਦੇ ਮਨ ਦੇ ਵਿਚਾਰਾਂ ਦੇ ਬੋਧ ਤੋਂ ਅਸੀਂ ਉੱਠ ਜਾਂਦੇ ਹਾਂ। ਫਿਰ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਉਸ ਦੇ ਬਾਰੇ ਫਿਰ ਸਾਨੂੰ ਇੰਨਾ ਧਿਆਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸਾਡਾ ਧਿਆਨ ਸਾਨੂੰ ਨਿੱਜ ਘਰ ਦੇ ਵਿੱਚ ਆ ਕੇ ਲੱਗਦਾ ਹੈ, ਨਿੱਜ ਘਰ ਦੇ ਵਿੱਚ ਆ ਕੇ ਟੱਚ ਕਰਦਾ ਹੈ, ਨਿੱਜ ਘਰ ਦੇ ਵਿੱਚ ਜਾ ਕੇ ਸਾਨੂੰ ਸੋਝੀ ਪੈਂਦੀ ਹੈ। ਫਿਰ ਪਤਾ ਲੱਗਦਾ ਕਿ ਅਸਲੀ ਘਰ ਸਾਡਾ ਇਹ ਹੈ ਔਰ ਜਿਹੜੇ ਇੱਟਾਂ ਗਾਰੇ ਦਾ, ਸਰੀਏ ਦਾ, ਸੀਮੈਂਟ ਦਾ ਘਰ ਬਣਿਆ ਹੋਇਆ ਇਹ ਸਾਡੇ ਵਾਸਤੇ ਟੈਂਪਰੇਰੀ ਹੈ। ਇੱਥੋਂ ਤੱਕ ਕਿ ਸਾਡੇ ਸਰੀਰ ਦਾ ਜਿਹੜਾ ਘਰ ਹੈ ਜਿਹਦੇ ਵਿੱਚ ਇਹ ਆਤਮਾ ਰਹਿੰਦੀ ਹੈ, ਇਹ ਜਿਹੜਾ ਮਾਨਵ ਸਰੀਰ ਹੈ ਉਹ ਵੀ ਟੈਂਪਰੇਰੀ ਹੈ, ਉਹ ਵੀ ਇੱਕ ਦਿਨ ਖਤਮ ਹੋ ਜਾਣਾ। ਇਸ ਅਵਸਥਾ 'ਤੇ ਆ ਕੇ ਫਿਰ ਸਾਨੂੰ ਅਸਲ ਪਤਾ ਲੱਗਦਾ ਕਿ ਸੱਚ ਕੀ ਹੈ, ਜਿਹਨੂੰ ਅਸੀਂ ਪਰਮ ਸੱਚ ਕਹਿੰਦੇ ਹਾਂ, ਜਿਹੜਾ ਸਦਾ ਰਹਿਣ ਵਾਲੀ ਚੀਜ਼ ਹੈ। ਔਰ ਇੱਥੇ ਆ ਕੇ ਸਾਡੇ ਅੰਦਰ ਅੰਮ੍ਰਿਤ ਰਸ ਵੀ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਔਰ ਇਹ ਅੰਮ੍ਰਿਤ ਰਸ ਸਾਡੇ ਅੰਦਰ ਹੀ ਹੁੰਦਾ, ਸਾਡੇ 10ਵੇਂ ਦੁਆਰ 'ਚ ਹੁੰਦਾ, ਜਿਹਨੂੰ ਕਹਿੰਦੇ ਨੇ ਅੰਤਰ ਕੂੰਟਾ ਅੰਮ੍ਰਿਤ ਭਰਿਆ ਸ਼ਬਦ ਕਾਢ ਪੀਏ ਪਨਿਹਾਰੀ। ਇਸ ਅਵਸਥਾ 'ਤੇ ਆ ਕੇ ਸਾਡੀ ਗਹਿਰੀ ਅਵਸਥਾ ਹੋਰ ਗਹਿਰੀ ਹੋ ਜਾਂਦੀ ਹੈ ਔਰ ਇਸ ਗਹਿਰਾਈ ਵਿੱਚ ਜਾ ਕੇ ਅਸੀਂ ਆਪਣੇ ਆਪ ਨੂੰ ਜਾਣਨਾ, ਆਪਣੇ ਆਪ ਨੂੰ ਪਹਿਚਾਨਣਾ, ਅਸੀਂ ਕੀ ਚੀਜ਼ ਹਾਂ, ਕਿਸ ਕਰਕੇ ਵਾਹਿਗੁਰੂ ਨੇ ਸਾਨੂੰ ਇਸ ਦੁਨੀਆ 'ਚ ਭੇਜਿਆ, ਜਿਹੜਾ ਸਾਡਾ ਮਕਸਦ ਸੀ ਇਸ ਦੁਨੀਆ 'ਚ ਆ ਕੇ ਉਹਨੂੰ ਪੂਰਨ ਕਰਨ ਦੇ ਵਿੱਚ ਅਸੀਂ ਸਮਰਥ ਹੋ ਗਏ ਹਾਂ। ਇਹ ਗੱਲਾਂ ਜਿਵੇਂ ਜਿਵੇਂ ਸਾਡੇ ਅੰਦਰ ਪ੍ਰਗਟ ਹੋਈ ਜਾਂਦੀਆਂ ਨੇ, ਹੋਰ ਗਹਿਰੀਆਂ ਹੋਈ ਜਾਂਦੀਆਂ ਨੇ, ਅਸੀਂ ਇਸ ਗਹਿਰਾਈ ਵਿੱਚ ਜਾ ਕੇ ਹੋਰ ਅੱਗੇ ਤੋਂ ਅੱਗੇ ਹੀ ਸਾਡੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਨਾਲ ਹੀ ਸਾਨੂੰ ਵਾਹਿਗੁਰੂ ਦੇ ਜਿਹੜੇ ਰਹੱਸੇ ਨੇ, ਜਿਹੜੀ ਮਿਸਟਰੀਜ਼ ਨੇ, ਜਿਹੜੇ ਸੀਕ੍ਰੇਟ ਨੇ, ਜਿਹੜੇ ਸਾਡੇ ਬਹੁਤ ਹੀ ਗਹਿਰੇ ਸਿਧਾਂਤ ਨੇ ਉਹ ਵੀ ਸਾਨੂੰ ਸਮਝ ਆਉਣ ਲੱਗ ਜਾਂਦੇ ਨੇ। ਉਹਨਾਂ ਦੀ ਸਮਝ ਨਾਲ ਅਸੀਂ ਹੋਰ ਗਹਿਰੇ ਜਾਣ ਵਿੱਚ ਸਮਰਥ ਹੋ ਜਾਂਦੇ ਹਾਂ ਔਰ ਇਸ ਤਰ੍ਹਾਂ ਸਮਰਥਤਾ ਕਰਦੇ ਕਰਦੇ ਅਸੀਂ ਬਹੁਤ ਅੱਗੇ ਨੂੰ ਵਾਹਿਗੁਰੂ ਦੀ ਪ੍ਰੀਤ ਡੋਰੀ ਨਾਲ ਬੰਧੇ ਹੋਏ ਇੰਨੇ ਗਹਿਰੇ ਚਲੇ ਜਾਂਦੇ ਹਾਂ ਕਿ ਫਿਰ ਸਾਨੂੰ ਵਾਹਿਗੁਰੂ ਤੋਂ ਸਿਵਾ ਕੁਛ ਨਜ਼ਰ ਹੀ ਨਹੀਂ ਆਉਂਦਾ। ਸਾਰੇ ਤਰਫੋਂ ਵਾਹਿਗੁਰੂ ਹੀ ਹੁੰਦਾ ਹੈ। ਇਹ ਹੀ ਸੱਚ ਰੂਪ ਹੈ। ਇਹ ਸੱਚ ਸਾਨੂੰ ਚੱਲਦੇ ਫਿਰਦੇ, ਉੱਠਦੇ ਬੈਠਦੇ ਸਾਡੇ ਅੰਦਰ ਵੀ ਸੱਚ ਨੂੰ ਪ੍ਰਗਟ ਕਰਕੇ ਅੰਦਰ ਦਾ ਸੱਚ ਬਾਹਰ ਦੇ ਸੱਚ ਨਾਲ ਮਿਲ ਜਾਂਦਾ। ਫਿਰ ਅਸੀਂ ਸਦਾ ਵਾਸਤੇ ਇਸ ਦੁਨੀਆ ਦੇ ਵਿੱਚ ਸਾਡੀ ਜਿਹੜੀ ਲਾਈਫ ਹੈ, ਜ਼ਿੰਦਗੀ ਹੈ, ਇਹ ਇਮੋਰਟਲ ਬਣ ਜਾਂਦੀ ਹੈ ਔਰ ਫਿਰ ਅਸੀਂ ਸਦਾ ਆਪਣੇ ਘਰ ਦੇ ਵਿੱਚ, ਜਿਹਨੂੰ ਅਸੀਂ ਨਿੱਜ ਘਰ ਕਹਿੰਦੇ ਹਾਂ, ਨਿੱਜ ਮਹਿਲ ਕਹਿੰਦੇ ਹਾਂ, ਉਸ 'ਤੇ ਜਾ ਕੇ ਟਿਕਣ ਵਾਸਤੇ ਵਾਹਿਗੁਰੂ ਸਾਡੇ ਨੂੰ ਆਸ਼ੀਰਵਾਦ ਦਿੰਦਾ ਹੋਇਆ ਸਾਨੂੰ ਆਪਣੇ ਨਾਲ ਜੋੜ ਕੇ ਆਪਣੇ ਵਰਗਾ ਬਣਾ ਲੈਂਦਾ ਔਰ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਬਹੁਤ ਗਹਿਰੇ ਜਾ ਕੇ ਆਪਣੇ ਆਪ ਨੂੰ